सत श्री अकाल जी सारिਆਂ ਨੂੰ स्वागत है ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ 10ਵੀਂ ਜਮਾਤ ਦੇ ਪਿਆਰੇ ਬੱਚਿਓ। ਅੱਜ ਤੁਹਾਨੂੰ ਨੈਸ ਦਾ ਪੇਪਰ ਹੈ ਜਿਹੜਾ 2018 ਦਾ ਉਹ ਹੱਲ ਕਰਵਾਉਣੇ ਆ। ਇਸ ਨੂੰ ਧਿਆਨ ਨਾਲ ਦੇਖਣਾ ਹੈ, ਠੀਕ ਹੈ। ਪਹਿਲਾ ਪੈਰਾਗ੍ਰਾਫ ਦੇਖਦੇ ਹਾਂ। ਪੈਰਾਗ੍ਰਾਫ ਨੂੰ ਪਹਿਲੇ ਰੀਡ ਕਰੋ। ਟਿਹਰੀ ਦੇ ਜੰਗਲ ਵਿੱਚ ਉੱਡਣ ਗਿਲਹਰੀ 6500 ਫੁੱਟ ਦੀ ਉਚਾਈ ਤੇ ਆਈ ਨਜ਼ਰ। ਹਵਾ ਵਿੱਚ ਛਲਾਂਗ ਲਗਾਉਂਦੀ ਹੈ ਉੱਡਣ ਗਿਲਹਰੀ। ਇਹ ਉੱਡਦੀ ਨਹੀਂ ਬਲਕਿ ਹਵਾ ਵਿੱਚ ਛਲਾਂਗ ਲਗਾਉਂਦੀ ਹੈ। ਇਸ ਨਾਲ ਜਾਪਦਾ ਹੈ ਕਿ ਇਹ ਉੱਡ ਰਹੀ ਹੈ। ਮਾਹਿਰਾਂ ਦੇ ਅਨੁਸਾਰ ਉੱਡਣ ਗਿਲਹਰੀ ਦੇ ਸਰੀਰ ਦੇ ਸੱਜੇ ਅਤੇ ਖੱਬੇ ਪਾਸੇ ਵਾਧੂ ਚਮੜੀ ਹੁੰਦੀ ਹੈ ਜੋ ਛਲਾਂਗ ਲਗਾਉਂਦੇ ਸਮੇਂ ਫੈਲ ਜਾਂਦੀ ਹੈ ਤੇ ਨਾਲ ਹੀ ਪੈਰਾਂ ਵਿੱਚ ਵੀ ਚਮੜੀ ਦੀ ਝਿੱਲੀ ਹੋਣ ਦੇ ਕਾਰਨ ਇਹ ਲੰਮੇ ਸਮੇਂ ਤੱਕ ਹਵਾ ਵਿੱਚ ਰਹਿ ਸਕਦੀ ਹੈ। ਇਹ ਨੀਚੇ ਤੋਂ ਉੱਪਰ ਵੱਲ ਛਲਾਂਗ ਨਹੀਂ ਲਗਾ ਸਕਦੀ ਪਰ ਸਿਰਫ ਉਚਾਈ ਤੋਂ ਹੇਠਾਂ ਵੱਲ ਹੀ ਛਲਾਂਗ ਮਾਰਦੀ ਹੈ। ਇਹ ਬੱਚੋ ਗਿਲਹਰੀ ਦੀ ਫੋਟੋ ਦਿਖਾਈ ਹੋਈ ਹੈ, ਤੁਹਾਨੂੰ ਇਸ ਪੈਰਾਗ੍ਰਾਫ ਦੇ ਵਿੱਚ ਤਸਵੀਰ ਦਿਖਾਈ ਹੋਈ ਹੈ ਨਾਲ, ਤੇ ਇਹ ਪੈਰਾ ਦਿੱਤਾ ਹੋਇਆ, ਇਸ ਨੂੰ ਤੁਸੀਂ ਰੀਡ ਕਰਨਾ ਹੈ, ਠੀਕ ਹੈ। ਹੁਣ ਕੁਐਸਚਨ ਦੇਖਦੇ ਹਾਂ। ਵਣ ਵਿਭਾਗ ਉੱਡਣ ਗਿਲਹਰੀ ਦੀ ਸੁਰੱਖਿਆ ਇਸ ਲਈ ਕਰਨਾ ਚਾਹੁੰਦਾ ਹੈ ਕਿਉਂਕਿ ਇਹ ਘੱਟ ਗਿਣਤੀ ਦੇ ਕਾਰਨ ਅਲੋਪ ਹੋ ਸਕਦੀ ਹੈ। ਉੱਡਣ ਗਿਲਹਰੀ ਦੇ ਬਾਰੇ ਵਿੱਚ ਕਿਹੜੀ ਗੱਲ ਸਹੀ ਨਹੀਂ ਹੈ? ਅਸੀਂ ਪੈਰੇ ਦੇ ਵਿੱਚ ਪੜ੍ਹਿਆ ਕਿ ਇਹ ਬਹੁਤ ਘੱਟ ਥਾਵਾਂ ਤੇ ਪਾਈ ਜਾਂਦੀ ਹੈ, ਠੀਕ ਹੈ। ਇਸ ਦੇ ਸਰੀਰ ਵਿੱਚ ਇੱਕ ਝਿੱਲੀ ਹੁੰਦੀ ਹੈ, ਠੀਕ ਹੈ, ਬਿਲਕੁਲ ਹੁੰਦੀ ਹੈ। ਇਹ ਲੰਮੇ ਸਮੇਂ ਤੱਕ ਹਵਾ ਵਿੱਚ ਰਹਿ ਸਕਦੀ ਹੈ, ਇਹ ਵੀ ਠੀਕ ਹੈ। ਇਹ ਨੀਚੇ ਤੋਂ ਉੱਪਰ ਹੇਠਾਂ ਛਲਾਂਗ ਮਾਰਦੀ ਹੈ, ਠੀਕ ਹੈ। ਇਹ ਗੱਲ ਇਹਦੇ ਵਿੱਚ ਗਲਤ ਹੈ ਕਿਉਂਕਿ ਇਹ ਨੀਚੇ ਤੋਂ ਉੱਪਰ ਵੱਲ ਛਲਾਂਗ ਨਹੀਂ ਮਾਰ ਸਕਦੀ ਬਲਕਿ ਉੱਪਰ ਤੋਂ ਹੇਠਾਂ ਵੱਲ ਛਲਾਂਗ ਲਗਾਉਂਦੀ ਹੈ। ਇਹ ਵਣ ਵਿਭਾਗ ਕਿਸ ਦੀ ਜਾਣਕਾਰੀ ਇਕੱਠੀ ਕਰ ਰਿਹਾ ਹੈ? ਉੱਡਣ ਗਿਲਹਰੀ ਦੇ ਪਰਿਵਾਰ ਬਾਰੇ। ਵਣ ਕਰਮਚਾਰੀ ਹੈਰਾਨ ਕਿਉਂ ਹਨ? ਕਿਉਂਕਿ ਜੰਗਲ ਵਿੱਚ ਉੱਡਣ ਗਿਲਹਰੀ ਪਹਿਲੀ ਵਾਰ ਦਿਖਾਈ ਦਿੱਤੀ ਸੀ। ਕੁਦਰਤ ਪ੍ਰੇਮੀਆਂ ਲਈ ਵਧੀਆ ਸਮਾਚਾਰ ਕੀ ਹੈ ਕਿ ਦੁਰਲੱਭ ਪ੍ਰਜਾਤੀ ਦੀ ਗਿਲਹਰੀ ਦਾ ਟਿਹਰੀ ਵਿੱਚ ਪਾਇਆ ਜਾਣਾ। ਉੱਡਣ ਗਿਲਹਰੀ ਦਾ ਨਾਮ ਉੱਡਣ ਗਿਲਹਰੀ ਇਸ ਲਈ ਪਿਆ ਕਿਉਂਕਿ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਹ ਉੱਡ ਰਹੀ ਹੁੰਦੀ ਹੈ। ਇਸੇ ਤਰ੍ਹਾਂ ਹੀ ਤੁਸੀਂ ਦੂਸਰਾ ਪੈਰਾ ਪੜ੍ਹਨਾ ਬੇਟਾ। ਤਹਿਖਾਨੇ ਦੇ ਅੰਦਰ ਜਾਵਾਂ ਕਿ ਨਾ ਜਾਵਾਂ। ਕੁਝ ਦੇਰ ਤੱਕ ਦੁਬਿਧਾ ਵਿੱਚ ਪਿਆ ਰਿਹਾ, ਫਿਰ ਜ਼ੋਰ ਨਾਲ ਸਾਹ ਲਿਆ ਅਤੇ ਕਲੇਜੇ ਨੂੰ ਪੱਥਰ ਬਣਾ ਲਿਆ। ਉਤਸੁਕਤਾ ਨਾਲ ਹੇਠਾਂ ਝੁਕਿਆ। ਇੰਨੇ ਸਾਲਾਂ ਤੋਂ ਤਹਿਖਾਨੇ ਵਿੱਚ ਭਰੀ ਹੋਈ ਜ਼ਹਿਰੀਲੀ ਹਵਾ ਨਿਕਲ ਚੁੱਕੀ ਹੋਵੇਗੀ ਅਤੇ ਹੁਣ ਉੱਥੇ ਤਾਜ਼ੀ ਹਵਾ ਫੈਲ ਗਈ ਹੋਵੇਗੀ। ਇਸ ਵਿਚਾਰ ਦੇ ਨਾਲ ਲੰਮੇ ਚੌੜੇ ਸਪਾਟ ਪੱਥਰਾਂ ਤੇ ਹੱਥ ਰੱਖ ਕੇ ਇੱਕ ਪੈਰ ਸੁਰੰਗ ਦੇ ਅੰਦਰ ਰੱਖਿਆ। ਇਸੇ ਤਰ੍ਹਾਂ ਬੇਟਾ ਤੁਸੀਂ ਸਾਰਾ ਪੈਰਾ ਜਿਹੜਾ ਉਹ ਰੀਡ ਕਰ ਲੈਣਾ ਹੈ, ਠੀਕ ਹੈ। ਹੁਣ ਇਸ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਹੈਗੇ ਨੇ ਉਹਨਾਂ ਨੂੰ ਹੱਲ ਕਰਦੇ ਹਾਂ। ਪੈਰੇ ਦੇ ਅਨੁਸਾਰ ਲੇਖਕ ਤਹਿਖਾਨੇ ਵਿੱਚ ਜਾਣ ਨੂੰ ਲੈ ਕੇ ਉਲਝਣ ਦੀ ਸਥਿਤੀ ਵਿੱਚ ਸੀ। ਦੁਬਿਧਾ ਕੀ ਹੁੰਦੀ ਹੈ? ਉਲਝਣ, ਠੀਕ ਹੈ। ਇਹਦੇ ਵਿੱਚ ਦੁਬਿਧਾ ਸ਼ਬਦ ਆਇਆ ਸੀ ਨਾ, ਤਾਂ ਇੱਥੋਂ ਜਿਹੜਾ ਹੈਗੀ ਤੁਹਾਡੀ ਨੌਲੇਜ ਟੈਸਟ ਹੁੰਦੀ ਹੈ ਕਿ ਤੁਸੀਂ ਇਹਨਾਂ ਸ਼ਬਦਾਂ ਨੂੰ ਆਪਸ ਦੇ ਵਿੱਚ ਸਿਮਿਲਰ ਕਰਕੇ ਦੇਖਦੇ ਹੋ, ਤੁਹਾਨੂੰ ਇਹਨਾਂ ਦੇ ਅਰਥ ਪਤਾ ਨੇ ਜਾਂ ਨਹੀਂ ਪਤਾ। ਲੇਖਕ ਕੀ ਸੋਚ ਕੇ ਤਹਿਖਾਨੇ ਦੇ ਅੰਦਰ ਗਿਆ ਸੀ ਕਿ ਤਹਿਖਾਨੇ ਦੀ ਜਿਹੜੀ ਜ਼ਹਿਰੀਲੀ ਹਵਾ ਹੈ ਉਹ ਨਿਕਲ ਚੁੱਕੀ ਹੋਵੇਗੀ। ਤਹਿਖਾਨੇ ਦੇ ਦ੍ਰਿਸ਼ ਨੂੰ ਵੇਖ ਕੇ ਲੇਖਕ ਨੂੰ ਕੀ ਯਾਦ ਆ ਗਿਆ? 22 ਸਾਲ ਪਹਿਲਾਂ ਦੀ ਘਟਨਾ। ਲੇਖਕ ਦੀਆਂ ਅੱਖਾਂ ਚੁੰਧਿਆ ਆ ਜਾਂਦੀਆਂ ਸਨ ਜਦੋਂ ਟਾਰਚਾਂ ਦੀ ਰੌਸ਼ਨੀ ਹੀਰੇ ਜਵਾਹਰਾਤਾਂ ਦੇ ਉੱਪਰ ਪੈਂਦੀ ਸੀ। ਪੈਰੇ ਵਿੱਚ ਕਿਸ ਵਾਰਿਸ ਪੁਣੇ ਦੀ ਗੱਲ ਕੀਤੀ ਗਈ ਹੈ? ਪਾਪ ਅਤੇ ਪੁੰਨ ਦੀ। ਲੇਖਕ ਦੇ ਕੋਲ ਕਿਸ ਸਵਾਲ ਦਾ ਜਵਾਬ ਨਹੀਂ ਸੀ? ਇਹ ਵਾਰਿਸ ਪੁਣੇ ਨੂੰ ਇੱਥੇ ਹੀ ਖਤਮ ਕਰ ਦੇਵੇ ਜਾਂ ਨਹੀਂ। ਹੇਠਾਂ ਇੱਕ ਤੁਹਾਨੂੰ ਵਿਗਿਆਪਨ ਦਿੱਤਾ ਹੋਇਆ, ਇਸ਼ਤਿਹਾਰ ਦਿੱਤਾ ਹੋਇਆ, ਇਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ, ਹਰ ਪੱਖ ਤੋਂ ਇਸ ਦਾ ਅਧਿਐਨ ਕਰਨਾ ਹੈ, ਫਿਰ ਇਸ ਦੇ ਉੱਤਰ ਦੇਣੇ ਨੇ, ਠੀਕ ਹੈ। ਕ੍ਰਾਫਟਸ ਮੇਲਾ ਲਿਖਿਆ ਹੋਇਆ ਉੱਪਰ, ਤੇ ਕੱਪੜਾ ਮੰਤਰਾਲਾ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲਾ, ਇਹ ਦੋ ਮੰਤਰਾਲੇ ਜਿਹੜੇ ਆਪਸ ਦੇ ਵਿੱਚ ਮਿਲ ਕੇ ਕੋਲੈਬੋਰੇਸ਼ਨ ਕਰਕੇ ਇਹ ਇੱਕ ਮੇਲਾ ਲਗਾ ਰਹੇ ਨੇ। ਪਹਿਲੀ ਵਾਰੀ ਸੰਯੁਕਤ ਪਹਿਲ, ਮੈਗਾ ਪ੍ਰਦਰਸ਼ਨੀ, ਸਹਿ ਵਿਕਰੀ, ਹੈਂਡਲੂਮ, ਹਸਤਸ਼ਿਲਪ, ਜੂਟ, ਸਿਲਕ 1 ਤੋਂ ਲੈ ਕੇ 14 ਦਸੰਬਰ 2016 ਤੱਕ ਇਹ ਮੇਲਾ ਲੱਗਿਆ ਸੀ। ਹੈਂਡਲੂਮ ਹੱਟ, ਜਨਪਥ, ਨਵੀਂ ਦਿੱਲੀ ਇਹ ਵੈਨਿਊ ਹੈ, ਮਤਲਬ ਇੱਥੇ ਮੇਲਾ ਲੱਗ ਰਿਹਾ, ਸਥਾਨ ਹੈ ਇਹ। ਵਿਸ਼ਾਲ ਰਵਾਇਤੀ ਹੈਂਡਲੂਮ, ਹਸਤਸ਼ਿਲਪ ਅਤੇ ਬੈਂਤ ਫਰਨੀਚਰ। ਵਿਸ਼ੇਸ਼ ਆਕਰਸ਼ਣ ਇਹਦੇ ਕੀ ਨੇ? ਮੇਲੇ ਦੇ ਵਿੱਚ ਕੀ ਮਤਲਬ ਜਿਹੜੀਆਂ ਹੈਗੀਆਂ ਸਪੈਸ਼ਲ ਚੀਜ਼ਾਂ ਉਹ ਵੇਖਣ ਨੂੰ ਮਿਲਣਗੀਆਂ। ਇਹ ਵਾਲੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੇਲੇ ਦੇ ਵਿੱਚ ਹੋਣਗੀਆਂ, ਜਿਵੇਂ ਬੈਂਤ, ਬਾਂਸ ਅਤੇ ਜੂਟ ਦੇ ਉਤਪਾਦ ਵਗੈਰਾ। ਐਸੋਸੀਏਸ਼ਨ ਆਫ ਕਾਰਪੋਰੇਸ਼ਨ ਐਂਡ ਈਪੈਕਸ ਸੋਸਾਇਟੀਜ਼ ਆਫ ਹੈਂਡਲੂਮਸ। ਨੋਟ ਕੀ ਦਿੱਤਾ ਹੋਇਆ ਹੇਠਾਂ ਕਿ ਤੁਸੀਂ ਸਾਰੇ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਨਾਲ ਵੀ ਖਰੀਦਦਾਰੀ ਕਰ ਸਕਦੇ ਹੋ। ਮਤਲਬ ਜੇਕਰ ਤੁਹਾਡੇ ਕੋਲ ਕੈਸ਼ ਪੈਸੇ ਨਹੀਂ ਵੀ ਹੈਗੇ ਪਰ ਕ੍ਰੈਡਿਟ ਕਾਰਡ ਹੈਗਾ, ਡੈਬਿਟ ਕਾਰਡ ਹੈਗਾ, ਤਾਂ ਤੁਸੀਂ ਉਸ ਦੇ ਨਾਲ ਵੀ ਸ਼ਾਪਿੰਗ ਕਰ ਸਕਦੇ ਹੋ।
ਪ੍ਰਦਰਸ਼ਨੀ ਕੱਪੜਾ ਮੰਤਰਾਲੇ ਨੇ ਕਿਸ ਦੇ ਨਾਲ ਮਿਲ ਕੇ ਲਗਾਈ ਹੈ? ਅਸੀਂ ਉੱਪਰ ਪੜ੍ਹ ਹੀ ਚੁੱਕੇ ਹਾਂ, ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲਾ। ਇਹ ਪ੍ਰਦਰਸ਼ਨੀ ਕਦੋਂ ਤੋਂ ਕਦੋਂ ਤੱਕ ਆਯੋਜਿਤ ਕੀਤੀ ਗਈ ਹੈ? 1 ਤੋਂ 14 ਦਸੰਬਰ। ਇਹ ਪ੍ਰਦਰਸ਼ਨੀ ਕਿਹਨਾਂ ਨੂੰ ਪ੍ਰੋਤਸ਼ਾਹਿਤ ਕਰਦੀ ਹੈ? ਸ਼ਿਲਪਕਾਰਾਂ ਨੂੰ। ਇਸ ਪ੍ਰਦਰਸ਼ਨੀ ਦਾ ਆਯੋਜਨ ਕਿੱਥੇ ਕੀਤਾ ਗਿਆ? ਹੈਂਡਲੂਮ ਹੱਟ, ਜਨਪਥ, ਨਵੀਂ ਦਿੱਲੀ, ਜਿਹੜਾ ਕਿ ਅਸੀਂ ਸਥਾਨ ਪੜ੍ਹਿਆ ਸੀ। ਇਸ ਪ੍ਰਦਰਸ਼ਨੀ ਦੇ ਵਿਸ਼ੇਸ਼ ਆਕਰਸ਼ਣ ਵਿੱਚ ਕੀ ਨਹੀਂ ਹੈ? ਬਾਕੀ ਸਭ ਕੁਝ ਹੈਗਾ, ਪਰ ਜੁੱਤੇ, ਚੱਪਲ ਅਤੇ ਸੈਂਡਲ ਨਹੀਂ ਹੈਗੇ। ਇਸ ਪ੍ਰਦਰਸ਼ਨੀ ਵਿੱਚ ਨਗਦੀ ਤੋਂ ਬਿਨਾਂ ਖਰੀਦਦਾਰੀ ਕੀਤੀ ਜਾ ਸਕਦੀ ਹੈ? ਹਾਂ। ਇਸੇ ਤਰ੍ਹਾਂ ਇੱਕ ਛੋਟਾ ਜਿਹਾ ਪੈਰਾ ਅੱਗੇ ਦਿੱਤਾ ਹੋਇਆ ਬੇਟਾ, ਇਸ ਨੂੰ ਰੀਡ ਕਰੋ। ਦੈਨ ਆਪਾਂ ਕੁਐਸਚਨ ਕਰਦੇ ਹਾਂ, ਤਲਾਬ ਦੇ ਲਈ ਅਗੌਰ ਦਾ ਕੀ ਮਹੱਤਵ ਹੈ? ਇਹ ਇੱਕ ਢਲਾਣ ਹੁੰਦੀ ਹੈ। ਅਗੌਰ ਹੈ ਜਿਹੜਾ, ਪੈਰੇ ਦੇ ਅਨੁਸਾਰ ਦੱਸ ਰਹੀ ਹਾਂ ਤੁਹਾਨੂੰ, ਇਹ ਤਲਾਬ ਦੇ ਵਿੱਚ ਇੱਕ ਢਾਲ ਹੁੰਦੀ ਹੈ। ਪੱਥਰ ਦੇ ਸੁੰਦਰ ਖੰਭੇ ਕਿਸ ਵੱਲ ਸੰਕੇਤ ਕਰਦੇ ਹਨ? ਕਿ ਇਹ ਇੱਕ ਸਵੱਛ ਸਥਾਨ ਹੈ, ਸਾਫ਼ ਸਥਾਨ ਹੈ। ਅਗੌਰ ਦੇ ਆਲੇ ਦੁਆਲੇ ਜੁੱਤੀ ਪਹਿਨ ਕੇ ਆਉਣਾ ਮਨਾ ਹੈ, ਥੁੱਕਣਾ ਮਨਾ ਹੈ ਆਦਿ ਬੋਰਡਾਂ ਦੀ ਜ਼ਰੂਰਤ ਕਿਉਂ ਨਹੀਂ ਪੈਂਦੀ? ਕਿਉਂਕਿ ਸਾਫ਼ ਸਫਾਈ ਦੇ ਪ੍ਰਤੀ ਜਿਹੜੇ ਲੋਕ ਹੈ ਉਹ ਆਪਣੇ ਆਪ ਹੀ ਜਾਗਰੂਕ ਨੇ। ਨਵੇਂ ਬਣੇ ਤਲਾਬ ਵਿੱਚ ਜੀਵ ਜੰਤੂ ਕਿਉਂ ਛੱਡੇ ਜਾਂਦੇ ਨੇ? ਪਾਣੀ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ। ਅਗੌਰ ਨੂੰ ਬੰਨ ਢਾਲ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਵਰਖਾ ਦਾ ਪਾਣੀ ਉਸ ਢਲਾਣ ਤੋਂ ਵਹਿੰਦਾ ਹੋਇਆ ਹੀ ਤਲਾਬ ਦੇ ਵਿੱਚ ਜਾਂਦਾ ਹੈ। ਮਗਰਮੱਛ ਕਿਸ ਤਰ੍ਹਾਂ ਦੇ ਤਲਾਬ ਵਿੱਚ ਛੱਡੇ ਜਾਂਦੇ ਨੇ? ਵੱਡੇ ਅਤੇ ਡੂੰਘੇ ਤਲਾਬ ਵਿੱਚ। ਇਸੇ ਤਰ੍ਹਾਂ ਹੀ ਬੇਟਾ ਇਹ ਪੈਰਾ ਮੈਂ ਤੁਹਾਡੇ ਤੇ ਛੱਡ ਰਹੀ ਹਾਂ, ਠੀਕ ਹੈ। ਬਹੁਤ ਸੌਖਾ ਤੇ ਈਜ਼ੀ ਪੈਰਾ, ਆਪਣੀ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਣੀ ਹੈ, ਇਸ ਕਰਕੇ ਇਸ ਪੈਰੇ ਨੂੰ ਤੁਸੀਂ ਖੁਦ ਹੱਲ ਕਰੋਗੇ, ਬਹੁਤ ਸੌਖਾ ਹੈ। 25 ਤੋਂ ਲੈ ਕੇ 30 ਤੱਕ ਹੀ ਪ੍ਰਸ਼ਨ ਤੁਸੀਂ ਖੁਦ ਕਰਨੇ ਨੇ, ਉਸ ਤੋਂ ਅੱਗੇ ਮੈਂ ਕਰਵਾਉਣ ਲੱਗੀ ਹਾਂ ਤੁਹਾਨੂੰ। ਹੇਠਾਂ ਲਿਖਿਆ ਵਿੱਚੋਂ ਸੰਯੁਕਤ ਵਾਕ ਕਿਹੜਾ ਹੈ? ਰੋਮਾ ਖੇਡ ਰਹੀ ਹੈ ਤੇ ਨੰਦਨੀ ਪੜ੍ਹ ਰਹੀ ਹੈ। ਅਗਰ ਤੁਸੀਂ ਸਮੇਂ ਤੇ ਆਉਂਦੀ ਤਾਂ ਮਾਂ ਮਿਲ ਜਾਂਦੀ। ਮੋਤੀ ਅੱਜ ਕੱਲ੍ਹ ਬਹੁਤ ਵਿਅਸਤ ਹੈ। ਸੈਨਿਕਾਂ ਨੇ ਕਿਹਾ ਕਿ ਪ੍ਰਾਣ ਰਹਿੰਦੇ ਪਿੱਛੇ ਨਹੀਂ ਹਟਾਂਗੇ, ਤਾਂ ਇਸ ਦੀ ਦੂਸਰੀ ਆਪਸ਼ਨ ਸਹੀ ਹੈ। ਢੁਕਵਾਂ ਸ਼ਬਦ ਭਰੋ। ਸੱਤਿਆਗ੍ਰਹਿ ਅੰਦੋਲਨ ਸੱਚ ਅਤੇ ਅਹਿੰਸਾ ਉੱਪਰ ਆਧਾਰਿਤ ਹੈ। ਸ਼ੁੱਧ ਵਾਕ ਪਹਿਚਾਨਣਾ ਹੈ। ਅਨੇਕਾਂ ਲੋਕਾਂ ਨੇ ਦਰਵਾਜ਼ੇ ਤੇ ਧਾਵਾ ਬੋਲਿਆ। ਕਿਸ ਵਾਕ ਵਿੱਚ ਇੱਕ ਤੋਂ ਜ਼ਿਆਦਾ ਵਾਰ ਆਮ ਨਾਮ ਦਾ ਪ੍ਰਯੋਗ ਹੋਇਆ ਹੈ? ਮਾਲੀ ਪੇੜ ਪੌਦੇ ਲਗਾਉਂਦਾ ਹੈ। ਮਾਲੀ ਅਤੇ ਪੇੜ ਪੌਦੇ। ਕਿਹੜਾ ਸ਼ਬਦ ਉੱਨਤੀ ਦਾ ਸਮਾਨ ਅਰਥਕ ਨਹੀਂ ਹੈ? ਅਭਿਆਗਤ, ਕਿਉਂਕਿ ਬਾਕੀ ਸਾਰੇ ਸ਼ਬਦ ਹੈ ਜਿਹੜੇ ਉਹ ਉੱਨਤੀ ਨੂੰ ਹੀ ਦਰਸਾਉਂਦੇ ਨੇ। ਉਥਾਨ, ਵਿਕਾਸ, ਤਰੱਕੀ। ਸੰਪਰਦਾਨ ਕਾਰਕ ਦਾ ਪ੍ਰਯੋਗ ਕਿਸ ਵਾਕ ਵਿੱਚ ਹੋਇਆ ਹੈ? ਕਪਿਲ ਮਾਂ ਦੇ ਲਈ ਦਵਾਈ ਲਿਆਇਆ। ਸਮਾਸ ਦਾ ਪ੍ਰਯੋਗ ਕਿਸ ਵਾਕ ਵਿੱਚ ਹੋਇਆ ਹੈ? ਦਾਲ ਭਾਤ। ਨਾਚ ਨਾ ਜਾਣੇ ਆਂਗਨ ਟੇਢਾ। ਅਖਾਣ ਕਿਸ ਸਥਿਤੀ ਵਿੱਚ ਢੁਕਦਾ ਹੈ? ਇਹ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਜਦੋਂ ਆਪ ਨੂੰ ਕੋਈ ਕੰਮ ਨਾ ਆਉਂਦਾ ਹੋਵੇ ਪਰ ਦੋਸ਼ ਦੂਜਿਆਂ ਵਿੱਚ ਕੱਢਣਾ, ਤਾਂ ਉਸ ਸਥਿਤੀ ਵਿੱਚ ਇਹ ਮੁਹਾਵਰਾ ਅਖਾਣ ਹੈ ਜਿਹੜਾ ਉਹ ਵਰਤਿਆ ਜਾਂਦਾ ਹੈ। ਸ਼ਾਲੂ ਨੂੰ ਸਬਜ਼ੀ ਪਕਾਉਣੀ ਤਾਂ ਆਉਂਦੀ ਨਹੀਂ, ਪਰ ਦੋਸ਼ ਉਸਨੇ ਮਸਾਲਿਆਂ ਉੱਪਰ ਮੜ ਦਿੱਤਾ। ਦਿਸ ਇਜ਼ ਰਾਈਟ ਆਂਸਰ। ਕਿਸ ਵਾਕ ਵਿੱਚ ਵਿਸ਼ੇਸ਼ਣ ਦਾ ਪ੍ਰਯੋਗ ਨਹੀਂ ਹੋਇਆ? ਸਾਨੂੰ ਸਵੇਰੇ ਘੁੰਮਣਾ ਚਾਹੀਦਾ ਹੈ। ਇਸ ਵਾਕ ਦੇ ਵਿੱਚ ਵਿਸ਼ੇਸ਼ਣ ਨਹੀਂ ਆਇਆ, ਬਾਕੀ ਸਾਰਿਆਂ ਦੇ ਵਿੱਚ ਵਿਸ਼ੇਸ਼ਣ ਆਇਆ। ਜਿਵੇਂ ਪਹਿਲੇ ਦੇ ਵਿੱਚ ਸੁੰਦਰ, ਦੂਸਰੇ ਦੇ ਵਿੱਚ ਕਾਲੇ, ਇਸ ਦੇ ਵਿੱਚ ਚਾਰ, ਤੇ ਇਸ ਵਾਕ ਦੇ ਵਿੱਚ ਕੋਈ ਵਿਸ਼ੇਸ਼ਣ ਦਾ ਪ੍ਰਯੋਗ ਨਹੀਂ ਹੋਇਆ। ਕਿਸ ਵਾਕ ਵਿੱਚ ਅਕਰਮਕ ਕਿਰਿਆ ਦਾ ਪ੍ਰਯੋਗ ਹੋਇਆ ਹੈ? ਰਾਹੁਲ ਸੌਂ ਕੇ ਉੱਠਿਆ। ਇਸ ਦੇ ਵਿੱਚ ਕਿਰਿਆ ਦਾ ਕੋਈ ਕਰਮ ਨਹੀਂ ਹੈਗਾ ਬੱਚੋ। ਰਾਹੁਲ ਸੌਂ ਕੇ ਉੱਠਿਆ, ਇਸ ਲਈ ਇਹ ਅਕਰਮਕ ਕਿਰਿਆ ਵਾਲਾ ਵਾਕ ਹੈ। ਪੁਲਿਸ ਨੂੰ ਦੇਖਦੇ ਹੀ ਚੋਰ ਭੱਜ ਗਿਆ। ਭੱਜ ਗਿਆ ਦਾ ਫਿਰ ਕੀ ਅਰਥ ਹੁੰਦਾ ਹੈ? ਠੀਕ ਹੈ, ਇਹਦੇ ਲਈ ਕਿਹੜਾ ਮੁਹਾਵਰਾ ਵਰਤਦੇ ਹੁੰਦੇ ਆ ਅਸੀਂ? 9 ਤੋਂ 11 ਹੋ ਜਾਣਾ, ਬਹੁਤ ਤੇਜ਼ੀ ਨਾਲ ਦੌੜ ਜਾਣਾ ਜਾਂ ਹਰਨ ਹੋ ਜਾਣਾ। ਪ੍ਰਮਾਣਿਕ ਸ਼ਬਦ ਵਿੱਚ ਪਿਛੇਤਰ ਕੀ ਹੈ? ਅਕ, ਕਿਉਂਕਿ ਇਹ ਪ੍ਰਮਾਣ ਤੋਂ ਬਣਿਆ ਬੇਟਾ, ਠੀਕ ਹੈ। ਪ੍ਰਮਾਣ ਸ਼ਬਦ ਹੈ ਜਿਹੜਾ, ਪ੍ਰਮਾਣ, ਸਬੂਤ, ਠੀਕ ਹੈ। ਪ੍ਰਮਾਣਕ, ਜਦੋਂ ਉਸਦੇ ਪਿੱਛੇ ਅਸੀਂ ਅਕ ਲਗਾ ਦਿੰਦੇ ਹਾਂ ਤਾਂ ਇਹ ਬਣ ਜਾਂਦਾ ਹੈਗਾ ਪ੍ਰਮਾਣਕ। ਪ੍ਰਮਾਣਿਕ ਬੋਲਿਆ ਜਾਂਦਾ ਇਹਨੂੰ, ਠੀਕ ਹੈ। ਪ੍ਰਮਾਣਕ ਵੀ ਠੀਕ ਹੈ ਤੇ ਪ੍ਰਮਾਣਿਕ ਵੀ ਠੀਕ ਹੈ, ਦੋਨਾਂ ਤਰ੍ਹਾਂ ਨਾਲ ਇਹ ਸ਼ਬਦ ਠੀਕ ਹੁੰਦਾ ਹੈ। ਤੇ ਅਕ ਜਿਹੜਾ ਹੈਗਾ ਇਹਦੇ ਪਿੱਛੇ ਪਿਛੇਤਰ ਲੱਗਿਆ ਹੋਇਆ। ਵਾਤਾਵਰਣ ਸ਼ਬਦ ਵਿੱਚ ਅਗੇਤਰ ਹੈ ਵਾ। ਰਮੇਸ਼ ਕੰਨਾ ਦਾ ਕੱਚਾ ਹੈ ਕਿਉਂਕਿ ਉਹ ਕਿਸੇ ਦੀ ਵੀ ਗੱਲ ਤੇ ਯਕੀਨ ਕਰ ਲੈਂਦਾ ਹੈ। ਇਹਦੇ ਵਿੱਚੋਂ ਤੁਸੀਂ ਸਰਲ ਵਾਕ ਬਣਾਉਣਾ ਹੈ। ਤੁਸੀਂ ਬਾਹਰ ਜਾਣਾ, ਦਰਵਾਜ਼ਾ ਬੰਦ ਕਰ ਦੇਣਾ। ਤੁਸੀਂ ਬਾਹਰ ਜਾਂਦੇ ਹੋਏ ਦਰਵਾਜ਼ਾ ਬੰਦ ਕਰ ਦੇਣਾ। ਕਲਾਮ ਦੀ ਮੌਤ ਨਾਲ ਸਾਰੇ ਸ਼ੋਕ ਵਿੱਚ ਡੁੱਬ ਗਏ। ਸ਼ੋਕ ਦਾ ਅਰਥ ਵੀ ਦੁੱਖ ਹੀ ਹੁੰਦਾ ਹੈ ਬੱਚੋ। ਬਿਨਾਂ ਦੇਰੀ ਕੀਤਿਆਂ ਹਸਪਤਾਲ 'ਚ ਜਾਓ। ਰੇਖਾਂਕਿਤ ਸ਼ਬਦ ਹੈ ਜਿਹੜਾ, ਬਿਨਾਂ ਦੇਰੀ, ਠੀਕ ਹੈ। ਇਹਦੇ ਲਈ ਤੁਸੀਂ ਕੀ ਕਰਨਾ ਹੈ? ਇੱਕ ਸ਼ਬਦ ਲੱਭਣਾ ਹੈ, ਅਵਿਲੰਬ। ਉਹ ਸਾਰਾ ਕੰਮ ਖੁਦ ਕਰਦਾ ਹੈ। ਇਹਦੇ ਵਿੱਚ ਨਿੱਜਵਾਚਕ ਪੜਨਾਮ ਕਿਹੜਾ ਹੈਗਾ? ਖੁਦ।
ਕਿਸ ਸ਼ਬਦ ਵਿੱਚ ਅਗੇਤਰ ਅਤੇ ਪਿਛੇਤਰ ਦੋਵਾਂ ਦਾ ਪ੍ਰਯੋਗ ਹੋਇਆ ਹੈ? ਅਵਿਸ਼ਵਾਸ ਪਾਤਰ। ਇਹਦੇ ਵਿੱਚ ਅਗੇਤਰ ਵੀ ਲੱਗਿਆ ਹੋਇਆ ਤੇ ਪਿਛੇਤਰ ਵੀ ਲੱਗਿਆ ਹੋਇਆ। ਖਾਲੀ ਸਥਾਨ ਦੀ ਪੂਰਤੀ ਉਚਿਤ ਅਵਿਕਾਰੀ ਸ਼ਬਦ ਨਾਲ ਚੁਣੋ। ਹਾਲੇ 7 ਵਜੇ ਹਨ। ਧਰ ਸ਼ਬਦ ਦਾ ਭਾਵਵਾਚਕ ਨਾਮ ਕੀ ਹੈ? ਧੀਰਜ ਹੈ। ਠੀਕ ਹੈ, ਧੀਰਜ ਹੈ ਜਿਹੜਾ ਇਹ ਇੱਕ ਭਾਵਵਾਚਕ ਨਾਮ ਹੈ। ਮੈਂ ਤਾਂ ਤੁਹਾਡਾ ਅਨੁਚਰ ਹਾਂ। ਰੇਖਾਂਕਿਤ ਸ਼ਬਦ ਦਾ ਅਰਥ ਦੱਸਣਾ ਤੁਸੀਂ। ਅਨੁਚਰ ਹੁੰਦਾ ਹੈਗਾ ਸੇਵਕ। ਮੋਹਨ ਨੇ ਪਾਣੀ ਨੂੰ ਪੁਸਤਕ ਦੇ ਦਿੱਤੀ। ਰੇਖਾਂਕਿਤ ਸ਼ਬਦ ਦਾ ਕਾਰਕ ਕਿਹੜਾ ਹੈ? ਸੰਪਰਦਾਨ ਕਾਰਕ। ਘੱਟ ਸ਼ਬਦ ਦਾ ਵਿਰੋਧੀ ਸ਼ਬਦ ਹੈਗਾ ਜ਼ਿਆਦਾ। ਖਾਲੀ ਸਥਾਨ ਦੀ ਪੂਰਤੀ ਢੁਕਵੇਂ ਅਵਿਕਾਰੀ ਸ਼ਬਦ ਦੁਆਰਾ ਕਰੋ। ਉਹ ਅੰਦਰ ਗਿਆ ਤੇ ਚਿਲਾਉਣ ਲੱਗਿਆ। ਹੱਥ ਨੂੰ ਲਗਾਉਣ ਵਾਲੀ ਕੜੀ, ਇਸਦੇ ਜੇਕਰ ਅਸੀਂ ਇਸਦਾ ਸਮਾਸ ਬਣਾਉਣਾ ਹੋਵੇ ਤਾਂ ਬਣੇਗਾ ਹੱਥ ਕੜੀ। ਕਾਨੂੰਨ ਦੀ ਨਜ਼ਰ ਵਿੱਚ ਸਭ ਸਬਲ ਅਤੇ ਨਿਰਬਲ ਬਰਾਬਰ ਹਨ। ਸਬਲ ਤੇ ਨਿਰਬਲ ਇੱਕ ਦੂਸਰੇ ਦੇ ਵਿਰੋਧੀ ਨੇ। ਭਾਈ ਗੱਲ ਕੁਝ ਵੀ ਨਹੀਂ ਹੈ, ਤੁਸੀਂ ਉਂਝ ਹੀ ਰਾਈ ਦਾ ਪਹਾੜ ਬਣਾ ਰਹੇ ਹੋ। ਇਹ ਇੱਕ ਮੁਹਾਵਰਾ ਹੈ। ਪੁੱਛ-ਗਿੱਛ ਕਿਸ਼ੋਰੀ ਲਾਲ ਤੋਂ ਹੋ ਰਹੀ ਹੈ। ਤੈਨੂੰ ਕਿਉਂ ਪਸੀਨੇ ਛੁੱਟ ਰਹੇ ਨੇ? ਸੱਚ ਹੀ ਕਹਿੰਦੇ ਨੇ, ਚੋਰ ਦੀ ਦਾੜੀ ਵਿੱਚ ਤਿਨਕਾ। ਬੱਚੋ ਇਹ ਵੀ ਇੱਕ ਮੁਹਾਵਰਾ ਹੈ, ਅਖਾਣ ਹੈ, ਸੌਰੀ। ਠੀਕ ਹੈ। ਪਰਮਾਤਮਾ ਤੁਹਾਨੂੰ ਲੰਮੀ ਉਮਰ ਪ੍ਰਦਾਨ ਕਰੇ। ਇਹ ਕਿਸ ਪ੍ਰਕਾਰ ਦਾ ਵਾਕ ਹੈ ਬੱਚੋ? ਇੱਛਾਵਾਚਕ ਵਾਕ। ਜੇਕਰ ਤੁਸੀਂ ਵਾਕ ਦੀਆਂ ਕਿਸਮਾਂ ਪੜ੍ਹੀਆਂ ਹੋਣਗੀਆਂ ਤਾਂ ਤੁਹਾਨੂੰ ਜ਼ਰੂਰ ਹੀ ਪਤਾ ਹੋਏਗਾ। ਤਾਂ ਇਹ ਤਾਂ ਸੀਗਾ ਨੈਸ ਦਾ ਪੇਪਰ ਜਿਹੜਾ ਕਿ ਤੁਹਾਨੂੰ ਸੋਲਵ ਕਰਵਾਇਆ ਗਿਆ। ਆਪਣੇ ਟੀਚਰਸ ਦੀ ਸਹਾਇਤਾ ਨਾਲ ਬੇਟਾ ਇਹਨਾਂ ਨੈਸ ਦੇ ਪੇਪਰਾਂ ਨੂੰ ਤੁਸੀਂ ਸੋਲਵ ਕਰਨਾ ਹੈ। ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। ਗੁੱਡ ਬਾਏ।